बहुत ही प्यारे बच्चों, ਅੱਜ ਆਪਾਂ ਆਧੁਨਿਕ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਗੁਰਪ੍ਰੀਤ ਜੀ ਦੀ ਕਵਿਤਾ ਹਰੀ ਕੇ ਪੱਤਣ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜ਼ਰੂਰ ਚਾਨਣਾ ਪਾਵਾਂਗੀ, ਕਿਉਂਕਿ ਇਹ ਜਾਣਕਾਰੀ ਤੁਹਾਡੇ ਹਮੇਸ਼ਾ ਕੰਮ ਆਵੇਗੀ ਬੱਚਿਓ। ਸ਼ਾਇਰ ਗੁਰਪ੍ਰੀਤ ਦਾ ਜਨਮ 7 ਮਈ 1968 ਨੂੰ ਮਾਤਾ ਜੀਤ ਕੌਰ ਦੀ ਕੁੱਖੋਂ ਪਿਤਾ ਭਰਪੂਰ ਸਿੰਘ ਦੇ ਘਰ ਮਾਨਸਾ ਵਿਖੇ ਹੋਇਆ। ਉਹਨਾਂ ਦੀ ਵਿਦਿਅਕ ਯੋਗਤਾ MA ਪੰਜਾਬੀ B.Ed ਹੈ। ਉਹ ਪੇਸ਼ੇ ਵਜੋਂ ਅਧਿਆਪਕ ਹਨ। ਉਹਨਾਂ ਨੇ ਸ਼ਬਦਾਂ ਦੀ ਮਰਜ਼ੀ, ਅਕਾਰਨ ਅਤੇ ਸਿਆਹੀ ਘੁਲੀ ਹੈ ਕਾਵਿ ਸੰਗ੍ਰਹਿ ਸਾਹਿਤ ਜਗਤ ਨੂੰ ਦਿੱਤੇ ਹਨ। ਇਸ ਤੋਂ ਬਿਨਾਂ ਉਹਨਾਂ ਨੇ ਸੰਪਾਦਨ ਅਤੇ ਅਨੁਵਾਦ ਕਾਰਜ ਵੀ ਕੀਤੇ। ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਪ੍ਰੋਫੈਸਰ ਮੋਹਨ ਸਿੰਘ ਮਾਹਰ ਕਵਿਤਾ ਪੁਰਸਕਾਰ 1996 ਵਿੱਚ ਦਿੱਤਾ ਗਿਆ। ਗੁਰਪ੍ਰੀਤ ਦੀ ਕਵਿਤਾ ਵਿੱਚ ਪ੍ਰਕਿਰਤੀ ਦਾ ਚਿਤਰਣ ਬਖੂਬੀ ਪ੍ਰਸਤੁਤ ਕੀਤਾ ਹੋਇਆ ਹੈ। ਉਹ ਕੁਦਰਤ ਦੇ ਹਰੇਕ ਵਰਤਾਰੇ ਨੂੰ ਬੜੀ ਰੀਝ ਨਾਲ ਵੇਖ ਕੇ ਮਾਨਵਵਾਦੀ ਸੰਵੇਦਨਾ ਦਾ ਪ੍ਰਗਟਾਵਾ ਕਰਦੇ ਹਨ। ਉਹਨਾਂ ਦੀ ਕਵਿਤਾ 'ਚ ਰਿਸ਼ਤਿਆਂ ਦੀ ਬਹੁਭਾਂਤੀ ਪੇਸ਼ਕਾਰੀ ਮਿਲਦੀ ਹੈ। ਨਿੱਕੇ ਨਿੱਕੇ ਵਰਤਾਰਿਆਂ ਨੂੰ ਕਵਿਤਾ ਦਾ ਵਿਸ਼ਾ ਬਣ ਕੇ ਅਭਿਵਿਅਕਤੀ ਕਰਨਾ ਉਹਨਾਂ ਦੀ ਕਾਵਿ ਸ਼ੈਲੀ ਦਾ ਪ੍ਰਮੁੱਖ ਗੁਣ ਹੈ। ਹੱਥਲੀ ਪਾਠ ਪੁਸਤਕ 'ਚ ਉਹਨਾਂ ਦੀ ਕਵਿਤਾ ਹਰੀ ਕੇ ਪੱਤਣ ਸ਼ਾਮਲ ਕੀਤੀ ਗਈ ਹੈ। ਇਸ ਵਿੱਚ ਉਹਨਾਂ ਨੇ ਹਰੀ ਕੇ ਪੱਤਣ ਦੇ ਕੁਦਰਤੀ ਨਜ਼ਾਰਿਆਂ ਦੇ ਸੰਦਰਭ 'ਚ ਮਾਨਵੀ ਰਿਸ਼ਤਿਆਂ ਦੇ ਸੋਝ ਅਤੇ ਮਾਸੂਮੀਅਤ ਨੂੰ ਛੂਹਿਆ ਹੈ। ਕਵਿਤਾ ਪੜ੍ਹ ਕੇ ਇਉਂ ਲੱਗਦਾ ਹੈ ਜਿਵੇਂ ਨਿੱਕਿਆਂ ਵੱਡਿਆਂ ਦੇ ਫਾਸਲੇ ਨੂੰ ਮਿਟਾ ਕੇ ਨਿਵੇਕਲੀ ਅਤੇ ਅਨੋਖੀ ਥਾਂ ਸੰਜੀਦਾ ਸੰਵਾਦ ਤੋਰਿਆ ਗਿਆ ਹੈ। ਇਸ ਕਵਿਤਾ 'ਚ ਵਾਸਤਵਿਕਤਾ, ਕਲਪਨਾ ਅਤੇ ਜਗਿਆਸਾ ਦੀ ਸੁੰਦਰ ਤ੍ਰਿਵੈਣੀ ਹੈ। ਬਹੁਤ ਸੁੰਦਰ ਲਿਖਦੇ ਨੇ ਬੱਚੋ, ਬਹੁਤ ਜ਼ਿਆਦਾ ਸੋਹਣਾ ਲਿਖਦੇ ਨੇ ਗੁਰਪ੍ਰੀਤ ਜੀ। ਅਤੇ ਹੁਣ ਆਪਾਂ ਪ੍ਰਸੰਗ ਦੇਖਦੇ ਹਾਂ ਕਿ ਹਰ ਕਾਵਿ ਟੋਟੇ ਦੇ ਅੱਗੇ ਆਪਾਂ ਕਿੱਦਾਂ ਲਿਖਣਾ। ਇਹ ਕਾਵਿ ਟੋਟਾ ਆਧੁਨਿਕ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਗੁਰਪ੍ਰੀਤ ਦੀ ਕਵਿਤਾ ਹਰੀ ਕੇ ਪੱਤਣ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਹਰੀ ਕੇ ਪੱਤਣ ਉੱਤੇ ਆਉਂਦੇ ਪ੍ਰਵਾਸੀ ਪੰਛੀਆਂ ਦੇ ਨਜ਼ਾਰੇ ਤੋਂ ਮਿਲਣ ਵਾਲੇ ਆਨੰਦ ਦੇ ਮੁਕਾਬਲੇ ਆਪਣੇ ਮਾਸੂਮ ਬੱਚਿਆਂ ਦੇ ਪਿਆਰ ਤੋਂ ਮਿਲਣ ਵਾਲਾ ਆਨੰਦ ਕਿਤੇ ਵਧੇਰੇ ਆਤਮਾ ਨੂੰ ਸਕੂਨ ਦੇਣ ਵਾਲਾ ਹੁੰਦਾ ਹੈ। ਅਤੇ ਜਦੋਂ ਆਪਾਂ ਵਿਆਖਿਆ ਕਰਨੀ ਹੈ ਨਾ, ਜੋ ਪ੍ਰਸੰਗ ਦੀ ਅੰਤਲੀ ਸਰ ਹੈ ਉਹ ਆਪਾਂ ਵਿਆਖਿਆ ਦੇ ਵਿੱਚੋਂ ਹੀ ਲਿਖਾਂਗੇ, ਜਿਹੜੇ ਕਾਵਿ ਟੋਟੇ ਦੀ ਆਪਾਂ ਵਿਆਖਿਆ ਕਰਾਂਗੇ। ਚਲੋ ਫਿਰ ਆਪਾਂ ਵਿਆਖਿਆ ਕਰੀਏ, ਪੜ੍ਹੀਏ ਕਵਿਤਾ ਹਰੀ ਕੇ ਪੱਤਣ। ਚਾਰ ਕਵੀ ਚਾਰ ਯਾਰ, ਆਪਣੀ ਐਨਕ ਆਪਣੀ ਡਾਇਰੀ, ਜਾਣਾ ਦੂਰੋਂ ਸਿਆਂ ਮਿਲਾਂ ਤੋਂ ਆਏ, ਪੰਛੀ ਦੇਖਣ ਅੰਬਰੀ ਕਾਰ ਹੋਏ ਸਵਾਰ, ਆਇਆ ਖਿਆਲ ਕਰਨਾ ਜ਼ਰੂਰੀ ਫੋਨ ਕਰ, ਮੁੜਾਂ ਦੇਰ ਰਾਤ। ਕਵੀ ਕਹਿੰਦਾ ਹੈ ਕਿ ਅਸੀਂ ਚਾਰ ਕਵੀ ਯਾਰ ਆਪਣੀ ਆਪਣੀ ਐਨਕ ਅਤੇ ਡਾਇਰੀ ਲੈ ਕੇ ਹਰੀ ਕੇ ਪੱਤਣ ਉੱਤੇ ਸੈਂਕੜੇ ਮੀਲਾਂ ਤੋਂ ਆਏ ਪ੍ਰਵਾਸੀ ਪੰਛੀਆਂ ਨੂੰ ਦੇਖਣ ਲਈ ਅੰਬਰੀ ਕਾਰ ਉੱਤੇ ਸਵਾਰ ਹੋ ਕੇ ਚੱਲ ਪਏ। ਐਨੇ ਨੂੰ ਮੈਨੂੰ ਖਿਆਲ ਆਇਆ ਕਿ ਮੈਂ ਘਰ ਜ਼ਰੂਰੀ ਫੋਨ ਕਰਕੇ ਦੱਸਣਾ ਹਾਂ ਕਿ ਮੈਂ ਰਾਤ ਨੂੰ ਦੇਰ ਨਾਲ ਘਰ ਮੁੜਾਂਗਾ। ਆਇਆ ਖਿਆਲ ਕਰਨਾ ਜ਼ਰੂਰੀ ਫੋਨ ਕਰ, ਮੁੜਾਂ ਦੇਰ ਰਾਤ, ਬੁਲਾ ਲਿਆ ਮੈਨੂੰ ਹੁਣੇ ਘਰ ਕੰਮ ਜ਼ਰੂਰੀ, ਜਾਂਦੇ ਤਿੰਨ ਹਰੀ ਕੇ ਪੱਤਣ ਮੈਂ ਘਰ, ਘਰ ਵੀ ਪੱਤਣ ਹਰੀ ਦਾ, ਪੰਛੀ ਇੱਕ ਬੋਲਿਆ ਅੰਦਰੋਂ, ਉਤਰਦੇ ਹਰ ਪਲ ਪੰਛੀ ਅਨੰਤ, ਅਣਦੇਖੇ ਸਾਈਬੇਰੀਆ ਨੂੰ ਨਾਲ ਲਈ ਆਉਂਦੇ, ਪਹੁੰਚ ਗਏ ਹੋਣਗੇ ਕਵੀ ਪੱਤਣ ਹਰੀ ਕੇ। ਉਹ ਕਹਿੰਦੇ ਹਨ ਕਿ ਉਸਨੇ ਆਪਣੇ ਯਾਰਾਂ ਨਾਲ ਹਰੀ ਕੇ ਪੱਤਣ ਵਿਖੇ ਪ੍ਰਵਾਸੀ ਪੰਛੀ ਦੇਖਣ ਲਈ ਤੁਰਨ ਸਮੇਂ ਘਰ ਫੋਨ ਕੀਤਾ ਤਾਂ ਉਸਨੂੰ ਜ਼ਰੂਰੀ ਕੰਮ ਲਈ ਘਰ ਪਰਤਣ ਲਈ ਕਿਹਾ ਗਿਆ। ਹੁਣ ਉਸਦੇ ਤਿੰਨਾਂ ਸਾਥੀ ਹਰੀ ਕੇ ਪੱਤਣ ਵੱਲ ਚੱਲ ਪਏ, ਪਰੰਤੂ ਉਹ ਘਰ ਵੱਲ ਪਰਤ ਗਿਆ। ਇਸ ਸਮੇਂ ਉਸਦੇ ਅੰਦਰੋਂ ਇੱਕ ਪੰਛੀ ਬੋਲਿਆ ਜੋ ਕਹਿ ਰਿਹਾ ਸੀ ਕਿ ਵੀ ਘਰ ਵੀ ਹਰੀ ਕੇ ਪੱਤਣ ਹੀ ਹੈ। ਨਾਲ ਹੀ ਉਹ ਸੋਚ ਰਿਹਾ ਸੀ ਕਿ ਹਰੀ ਕੇ ਪੱਤਣ ਵਿੱਚ ਬੇਹਿਸਾਬੀ ਸਾਈਬੇਰੀਆ ਤੋਂ ਪ੍ਰਵਾਸ ਲਈ ਆਉਂਦੇ ਹਨ ਪੰਛੀ। ਇਸ ਤਰ੍ਹਾਂ ਉਹ ਆਪਣੇ ਨਾਲ ਸਾਡੇ ਅਣਦੇਖੇ ਉਸ ਇਲਾਕੇ ਨੂੰ ਵੀ ਨਾਲ ਲੈ ਆਉਂਦੇ ਹਨ।
ਉਹ ਤਿੰਨੋਂ ਦੋਸਤ ਹਨ ਜੋ ਹਰੀਕੇ ਪੱਤਣ ਪਹੁੰਚ ਗਏ ਹਨ, ਉਹਨਾਂ ਬਾਰੇ ਵੀ ਉਹ ਸੋਚ ਰਹੇ ਹਨ। ਅੱਗੇ ਦੇਖ ਮਾਣ ਰਹੇ ਹੋਣਗੇ ਰੰਗ ਬਰੰਗੇ ਪੰਛੀ, ਮਨ ਹੀ ਮਨ ਚਿਤਵਦਾ ਦ੍ਰਿਸ਼ ਕੁਝ ਖਿੱਚਦਾ ਫੋਟੋਆਂ। ਕਵੀ ਇੱਕ ਚੁੱਪ ਹੈ, ਦੂਜਾ ਕਿਸੇ ਯਾਦ ਨੂੰ ਪੰਛੀਆਂ ਨਾਲ ਸਾਂਝਾ ਕਰ ਰਿਹਾ, ਤੀਜਾ ਦੂਰ ਖੜਾ ਪੰਛੀਆਂ ਦੇ ਨਾਲ ਤੈਰ ਰਿਹਾ। ਉਹ ਕਹਿੰਦੇ ਨੇ ਵੀ ਉਸਦੇ ਸਾਥੀ ਰੰਗ ਬਰੰਗੇ ਪੰਛੀਆਂ ਨਾਲ ਆਨੰਦ ਲੈ ਰਹੇ ਹੋਣਗੇ। ਇਸ ਤਰ੍ਹਾਂ ਮੈਂ ਮਨ ਵਿੱਚ ਹੀ ਉੱਥੋਂ ਦੇ ਕੁੱਲ ਦ੍ਰਿਸ਼ ਨੂੰ ਆਪਣੇ ਮਨ ਵਿੱਚ ਸੋਚ ਰਿਹਾ ਹਾਂ ਅਤੇ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਫੋਟੋਆਂ ਖਿੱਚ ਰਿਹਾ ਹਾਂ। ਮੇਰੀ ਕਲਪਨਾ ਵਿੱਚ ਇੱਕ ਕਵੀ ਮੈਨੂੰ ਚੁੱਪ ਦਿਖਾਈ ਦੇ ਰਿਹਾ ਹੈ, ਦੂਜਾ ਆਪਣੀ ਕਿਸੇ ਯਾਦ ਨੂੰ ਪੰਛੀਆਂ ਨਾਲ ਸਾਂਝੀ ਕਰ ਰਿਹਾ ਹੈ, ਤੀਜਾ ਦੂਰ ਖੜਾ ਤੈਰਦੇ ਪੰਛੀਆਂ ਨੂੰ ਦੇਖਦਾ ਉਹਨਾਂ ਨਾਲ ਵੀ ਤੈਰਦਾ ਜਾ ਰਿਹਾ ਹੈ। ਗੁਣਗੁਣਾਉਂਦਾ ਪਹੁੰਚਦਾ ਘਰ ਮੈਂ, ਧੁੱਪ ਦੇ ਫਰਸ਼ 'ਤੇ ਖੇਡਦੀ ਰੂਹ, ਟੈਡੀ ਦਾ ਕੰਨ ਛੱਡਦੀ, ਬਾਹਾਂ ਆਪਣੀਆਂ ਉਲਾਰਦੀ, ਮੇਰੇ ਗਲ ਚਿੰਬੜਦੀ, ਹੋਂਠ ਨਿੱਕੇ ਆਪਣੇ ਮੇਰੀ ਗੱਲ 'ਤੇ ਧਰਦੀ। ਕਵੀ ਲਿਖਦਾ ਹੈ ਕਿ ਜਦੋਂ ਮੈਂ ਆਪਣੇ ਸਾਰੇ ਸਾਥੀਆਂ ਦੇ ਹਰੀਕੇ ਪੱਤਣ ਉੱਤੇ ਪਹੁੰਚ ਕੇ ਉੱਥੋਂ ਦੇ ਰੰਗ ਬਰੰਗੇ ਪੰਛੀਆਂ ਨੂੰ ਦੇਖਣ ਦੇ ਨਜ਼ਾਰਿਆਂ ਬਾਰੇ ਸੋਚਦਾ ਅਤੇ ਗੁਣਗੁਣਾਉਂਦਾ ਹੋਇਆ ਘਰ ਪਹੁੰਚਿਆ ਤਾਂ ਉਸਦੀ ਧੁੱਪ ਵਿੱਚ ਖੇਡਦੀ ਪਿਆਰੀ ਨਿੱਕੀ ਬੱਚੀ ਟੈਡੀ ਦਾ ਕੰਨ ਛੱਡ ਕੇ ਬਾਹਾਂ ਉਲਾਰਦੀ ਹੋਈ ਉਸਦੇ ਗਲ ਨਾਲ ਆ ਕੇ ਚਿੰਬੜੀ। ਉਸਨੇ ਆਪਣੇ ਨਿੱਕੇ ਹੋਂਠ ਉਸਦੀ ਗਲ ਨਾਲ ਲਾ ਦਿੱਤੇ, ਜਿਸ ਨਾਲ ਕਵੀ ਦੇ ਮਨ ਨੂੰ ਬਹੁਤ ਖੁਸ਼ੀ ਹੋਈ। ਹੈਰਾਨ ਹੁੰਦਾ ਮੈਂ ਚੁੰਮਣ ਨਾਂ ਦਾ ਇਹ ਚੁੱਪ ਪੰਛੀ ਕਿੰਨਾ ਅਨੋਖਾ, ਸ਼ਾਮ ਨੂੰ ਫੋਨ ਕਰਾਂਗਾ ਹਰੀਕੇ ਪੱਤਣੋਂ ਮੁੜੇ, ਕਵੀਆਂ ਨੂੰ ਪੁੱਛਾਂਗਾ ਤੁਸੀਂ ਦੇਖਿਆ ਹੈ ਉੱਥੇ ਕੋਈ ਅਜਿਹਾ ਪੰਛੀ। ਉਹ ਕਹਿੰਦੇ ਨੇ ਵੀ ਹਰੀਕੇ ਪੱਤਣ ਉੱਤੇ ਰੰਗ ਬਿਰੰਗੇ ਪੰਛੀ ਦੇਖਣਗੇ ਉਸਦੇ ਦੋਸਤ ਜੋ ਚਲੇ ਗਏ ਹਨ, ਪਰ ਜਦੋਂ ਘਰ ਮੁੜਿਆ ਤਾਂ ਉਸਦੀ ਬੱਚੀ ਨੇ ਉਸਦੇ ਗਲ ਦੇ ਵਿੱਚ ਬਾਹਾਂ ਪਾ ਕੇ ਉਸਦੀ ਗਲ ਨੂੰ ਚੁੰਮਿਆ, ਜਿਸ ਤੋਂ ਉਸਨੂੰ ਬਹੁਤ ਆਨੰਦ ਮਿਲਿਆ। ਉਹ ਕਹਿੰਦੇ ਨੇ ਵੀ ਮੈਂ ਸ਼ਾਮ ਨੂੰ ਆਪਣੇ ਜੋ ਦੋਸਤਾਂ ਨੂੰ ਪੁੱਛਾਂਗਾ ਵੀ ਤੁਹਾਨੂੰ ਇੰਨਾ ਆਨੰਦ ਮਿਲਿਆ, ਵੀ ਉਹਨਾਂ ਨੂੰ ਦੇਖ ਕੇ ਜੋ ਮੈਨੂੰ ਆਪਣੀ ਬੱਚੀ ਦੇ ਪਿਆਰ ਕਰਨ ਤੋਂ ਮਿਲਿਆ ਹੈ ਨਾ। ਇਸ ਕਵਿਤਾ ਵਿੱਚ ਪਿਤਾ ਅਤੇ ਇੱਕ ਧੀ ਦੇ ਪਿਆਰ ਨੂੰ ਪੇਸ਼ ਕੀਤਾ ਗਿਆ ਹੈ। ਸਿਆਂ ਦਾ ਮਤਲਬ ਹੁੰਦਾ ਸੈਂਕੜੇ, ਚਿਤਵਦਾ ਚਿਤਾਰਦਾ ਹਾਂ, ਚਿੰਬੜਦੀ ਲਿਪਟਦੀ, ਅਣਦੇਖੇ ਅਣਤੱਕੇ, ਟੈਡੀ ਬੱਚਿਆਂ ਦੇ ਖੇਡਣ ਲਈ ਖਿਡੌਣਾ। ਅਤੇ ਹੁਣ ਆਪਾਂ ਕੇਂਦਰੀ ਭਾਵ ਕਰਦੇ ਹਾਂ ਬੱਚੋ। ਨਿੱਕੇ ਬੱਚੇ ਦਾ ਪਿਆਰ ਭਰਿਆ ਚੁੰਮਣ ਇੱਕ ਆਨੰਦਦਾਇਕ ਹੁੰਦਾ ਹੈ। ਹਰੀਕੇ ਪੱਤਣ ਵਿਖੇ ਉਤਰਦੇ ਸਾਈਬੇਰੀਆ ਦੇ ਰੰਗ ਬਿਰੰਗੇ ਪੰਛੀਆਂ ਨੂੰ ਦੇਖ ਕੇ ਵੀ ਇੰਨਾ ਆਨੰਦ ਨਹੀਂ ਮਿਲਦਾ ਜੋ ਘਰ ਦੇ ਵਿੱਚ ਮਿਲਦਾ ਹੈ। ਸੱਚਮੁੱਚ ਬੱਚਿਓ, ਘਰ ਦੇ ਵਿੱਚ ਜੋ ਆਨੰਦ ਹੈ ਉਹ ਕਿਤੇ ਨਹੀਂ ਮਿਲ ਸਕਦਾ। ਠੀਕ ਹੈ, ਦੁਨੀਆ ਘੁੰਮਣੀ ਚਾਹੀਦੀ ਹੈ, ਪਰ ਘਰ ਦੇ ਵਿੱਚ ਵੀ ਆਪਣੇ ਬੱਚਿਆਂ ਨਾਲ ਵੀ ਸਮਾਂ ਬਤੀਤ ਕਰਨਾ ਚਾਹੀਦਾ ਹੈ। ਹਰੀਕੇ ਪੱਤਣ ਕਿਹਨਾਂ ਨੇ ਲਿਖਿਆ ਬੱਚੋ? ਗੁਰਪ੍ਰੀਤ ਜੀ ਨੇ। ਹਰੀਕੇ ਪੱਤਣ ਵਿੱਚ 4 ਕਵੀ ਕੀ ਦੇਖਣ ਗਏ ਸਨ? ਸਾਈਬੇਰੀਆ ਤੋਂ ਆਏ ਪ੍ਰਵਾਸੀ ਪੰਛੀ। ਹਰੀਕੇ ਪੱਤਣ ਘੁੰਮਣ ਆਏ ਕਵੀਆਂ ਨੂੰ ਕਿਸ ਗੱਲ ਦਾ ਖਿਆਲ ਆਇਆ? ਘਰ ਜ਼ਰੂਰੀ ਫੋਨ ਕਰਨ ਦਾ। ਹਰੀਕੇ ਪੱਤਣ ਕਿਸ ਗੱਲ ਲਈ ਮਸ਼ਹੂਰ ਹੈ? ਰੰਗ ਬਿਰੰਗੇ ਪ੍ਰਵਾਸੀ ਪੰਛੀਆਂ ਲਈ। ਚੁੱਪ ਪੰਛੀ ਨੂੰ ਕਿਸ ਨੂੰ ਕਹਿ ਕੇ ਸੰਬੋਧਨ ਕੀਤਾ ਗਿਆ? ਮਤਲਬ ਚੁੱਪ ਪੰਛੀ ਨਿੱਕੀ ਬੱਚੀ ਦੇ ਚੁੰਮਣ ਨੂੰ। ਸੋ ਇਹ ਸੀ ਬੱਚਿਓ ਕਵਿਤਾ, ਬਹੁਤ ਸੁੰਦਰ, ਮਤਲਬ ਬਾਪ ਅਤੇ ਧੀ ਦੇ ਪਿਆਰ ਦੀ, ਵੀ ਘਰ ਦੇ ਵਿੱਚ ਬੱਚਿਆਂ ਤੋਂ ਵੀ ਬਹੁਤ ਆਨੰਦ ਪ੍ਰਾਪਤ ਹੋ ਸਕਦਾ ਹੈ ਅਗਰ ਆਪਾਂ ਚਾਹੀਏ। ਆਪਾਂ ਨੂੰ ਇਹ ਲੱਗਦਾ ਵੀ ਦੁਨੀਆ ਵਿੱਚ ਘੁੰਮ ਕੇ ਆਨੰਦ ਪ੍ਰਾਪਤ ਹੁੰਦਾ, ਨਹੀਂ, ਘਰ ਦੇ ਵਿੱਚ ਆਪਣਿਆਂ ਨਾਲ, ਮਾਤਾ ਪਿਤਾ ਨਾਲ, ਬੱਚਿਆਂ ਨਾਲ ਪਿਆਰ ਕਰਨ, ਸਮਾਂ ਬਤੀਤ ਕਰਨ ਨਾਲ ਵੀ ਆਨੰਦ ਬਹੁਤ ਪ੍ਰਾਪਤ ਹੁੰਦਾ ਹੈ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਯਕੀਨ ਹੈ ਕਿ ਤੁਸੀਂ ਵੀ ਆਪਣੇ ਘਰ ਦੇ ਮੈਂਬਰਾਂ ਨੂੰ ਬਹੁਤ ਪਿਆਰ ਕਰੋਗੇ, ਉਹਨਾਂ ਨਾਲ ਸਮਾਂ ਬਤੀਤ ਕਰੋਗੇ। ਧੰਨਵਾਦ।